ਹੈਲੋ ਸਟੂਡੈਂਟਸ, ਵੈਲਕਮ ਟੂ ਮਾਈ YouTube ਚੈਨਲ। ਅੱਜ ਦਾ ਸਾਡਾ ਟੌਪਿਕ ਹੈਗਾ ਫੰਕਸ਼ਨ ਆਫ ਕਿਡਨੀ, ਜਿਸ ਦੇ ਵਿੱਚ ਅਸੀਂ ਕਿਡਨੀ ਦੇ ਫੰਕਸ਼ਨਸ ਬਾਰੇ ਪੜ੍ਹਾਂਗੇ। ਤਾਂ ਕਿਡਨੀ ਦੀ ਜਿਹੜੀ ਆਲ ਡੈਫੀਨੇਸ਼ਨ ਸੀਗੀ ਹੈ ਨਾ, ਉਹਦੇ ਪਾਰਟਸ ਮੈਂ ਪਿਛਲੀ ਵੀਡੀਓ ਵਿੱਚ ਦਿੱਤੇ ਸੀ, ਜਿਸ ਵੀਡੀਓ ਦਾ ਲਿੰਕ ਮੈਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਪ੍ਰੋਵਾਈਡ ਕਰ ਦੂੰਗੀ। ਠੀਕ ਹੈ, ਜੇਕਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਐਂਡ ਬੈਲ ਵੀ ਜ਼ਰੂਰ ਲਾਈਕ ਕਰ ਲਿਓ। ਠੀਕ ਹੈ, ਨਾਓ ਟੌਪਿਕ ਦੀ ਗੱਲ ਕਰਦੇ ਹਾਂ। ਪਹਿਲਾਂ ਇਹਦੇ ਵਿੱਚ ਅਸੀਂ ਲਿਖਾਂਗੇ ਡੈਫੀਨੇਸ਼ਨ ਆਫ ਕਿਡਨੀ। ਇਸ ਦੇ ਵਿੱਚ ਮੈਂ ਡੈਫੀਨੇਸ਼ਨ ਨਹੀਂ ਲਿਖੀ ਤਾਂ ਇਫੈਕਟਿਵ ਬਣਾਉਣ ਦੇ ਲਈ ਹੈ ਨਾ, ਜੇ ਪੇਪਰ ਵਿੱਚ 5 ਨੰਬਰ ਵਿੱਚ ਆਉਂਦਾ ਤਾਂ ਅਸੀਂ ਸਿੱਧਾ ਫੰਕਸ਼ਨ ਨਹੀਂ ਸ਼ੁਰੂ ਕਰਨੀ, ਉਹਨੂੰ ਇਫੈਕਟਿਵ ਬਣਾਉਣਾ ਹੈਗਾ, ਅਟਰੈਕਟਿਵ ਬਣਾਉਣਾ ਹੈਗਾ। ਠੀਕ ਹੈ, ਉਹਦੇ ਵਿੱਚ ਪਹਿਲਾਂ ਅਸੀਂ ਡੈਫੀਨੇਸ਼ਨ ਲਿਖਾਂਗੇ, ਜਿਹੜੀ ਮੈਂ ਪਿਛਲੀ ਵੀਡੀਓ ਦੇ ਵਿੱਚ ਦਿੱਤੀ ਹੋਈ ਸੀ, ਤੁਸੀਂ ਉੱਥੋਂ ਨੋਟ ਕਰ ਸਕਦੇ ਆ। ਫੰਕਸ਼ਨਸ: ਫਾਰਮੇਸ਼ਨ ਆਫ ਯੂਰਿਨ, ਵਾਟਰ ਬੈਲੈਂਸ, ਯੂਰਿਨ ਆਊਟਪੁੱਟ ਐਂਡ ਨੈਕਸਟ ਹੈਗਾ ਇਲੈਕਟ੍ਰੋਲਾਈਟ ਬੈਲੈਂਸ। ਜਿਹੜਾ ਫਾਰਮੇਸ਼ਨ ਆਫ ਯੂਰਿਨ ਮਤਲਬ ਕਿ ਬਣਾਉਣਾ ਯੂਰਿਨ। ਠੀਕ ਹੈ, ਇਹ 3 ਤਰੀਕਿਆਂ ਨਾਲ ਹੁੰਦਾ: ਸਿੰਪਲ ਫਿਲਟਰੇਸ਼ਨ, ਸਿਲੈਕਟਿਵ ਰੀਅਬਜ਼ੌਰਪਸ਼ਨ ਅਤੇ ਸਕਰੀਸ਼ਨ। ਠੀਕ ਹੈ, ਨਾਓ ਫਸਟ ਹੈਗਾ ਫਾਰਮੇਸ਼ਨ ਆਫ ਯੂਰਿਨ। ਡੈਫੀਨੇਸ਼ਨ: ਦ ਮੇਨ ਫੰਕਸ਼ਨ ਆਫ ਦ ਕਿਡਨੀ ਇਜ਼ ਐਕਸਕ੍ਰੀਸ਼ਨ। ਜਿਹੜਾ ਕਿਡਨੀ ਦਾ ਮੇਨ ਫੰਕਸ਼ਨ ਹੈਗਾ ਐਕਸਕ੍ਰੀਸ਼ਨ, ਮਤਲਬ ਕਿ ਬਾਹਰ ਕੱਢਣਾ। ਕੋਈ ਵੀ ਵੇਸਟ ਪਦਾਰਥ ਹੈਗਾ ਬੋਡੀ ਦੇ ਵਿੱਚੋਂ, ਉਹਨੂੰ ਐਕਸਕ੍ਰੀਟ ਆਊਟ ਕਰ ਦੇਣਾ। ਦ ਯੂਰਿਨ ਵਿਚ ਇਜ਼ ਫਾਰਮਡ ਇਨ ਦ ਕਿਡਨੀ ਇਜ਼ ਸਟੋਰਡ ਇਨ ਦ ਯੂਰੀਨਰੀ ਬਲੈਡਰ। ਜਿਹੜਾ ਯੂਰਿਨ ਕਿਡਨੀ ਦੁਆਰਾ ਫਾਰਮ ਮਤਲਬ ਕਿ ਬਣਾਇਆ ਗਿਆ ਹੁੰਦਾ, ਉਹ ਯੂਰੀਨਰੀ ਬਲੈਡਰ ਦੇ ਵਿੱਚ ਸਟੋਰ ਕੀਤਾ ਜਾਂਦਾ ਹੈਗਾ। ਐਂਡ ਐਕਸਕ੍ਰੀਟਡ ਥਰੂ ਦਾ ਯੂਰੇਥਰਾ ਥਰੂ ਐਕਸਕ੍ਰੀਟ ਮਤਲਬ ਕਿ ਬਾਹਰ ਕੱਢ ਦਿੱਤਾ ਜਾਂਦਾ ਹੈਗਾ ਬੋਡੀ ਵਿੱਚੋਂ। ਦ ਫੰਕਸ਼ਨਲ ਯੂਨਿਟ ਆਫ ਕਿਡਨੀ, ਫੰਕਸ਼ਨ ਮਤਲਬ ਕਿ ਜਿਹੜੀ ਕੰਮ ਕਰਦੀ ਹੈਗੀ ਉਹਦੇ ਵਿੱਚ, ਉਹ ਨੈਫਰੋਨ ਹੈਗਾ। ਨੈਫਰੋਨ ਆਪਾਂ ਕੀਤਾ ਸੀ ਪਿਛਲੀ ਵੀਡੀਓ ਦੇ ਵਿੱਚ। ਠੀਕ ਹੈ, ਮਤਲਬ ਕਿ ਜਿਹੜਾ ਕਿਡਨੀ ਦੇ ਵਿੱਚ ਕੰਮ ਕਰਦੇ ਹੈਗੇ ਉਹ ਨੈਫਰੋਨ ਹੁੰਦੇ ਆ, ਜਿਹਨੂੰ ਮਾਈਕਰੋਸਕੋਪਿਕ ਸਟਰਕਚਰ ਕਿਹਾ ਜਾਂਦਾ ਹੈਗਾ ਕਿਡਨੀ ਦਾ। ਠੀਕ ਹੈ, ਵਿਚ ਫਾਰਮਸ ਯੂਰਿਨ ਬਾਈ ਮੀਨਸ ਆਫ 3 ਪ੍ਰੋਸੈਸ। ਇਹਦੇ ਵਿੱਚ 3 ਪ੍ਰੋਸੈਸ ਕੰਮ ਕਰਦੇ ਹੈ, ਆਪਾਂ ਪਹਿਲਾਂ ਪੜ੍ਹ ਚੁੱਕੇ ਹੈਗੇ ਹਾਂ। ਸਿੰਪਲ ਫਿਲਟਰੇਸ਼ਨ, ਸਿਲੈਕਟਿਵ ਰੀਅਬਜ਼ੌਰਪਸ਼ਨ ਅਤੇ ਸਕਰੀਸ਼ਨ। ਇਹਨੂੰ ਆਪਾਂ ਡਿਟੇਲ ਵਿੱਚ ਕਰਾਂਗੇ। ਫਸਟ ਹੈ ਸਿੰਪਲ ਫਿਲਟਰੇਸ਼ਨ। ਇਟ ਇਜ਼ ਦ ਮੂਵਮੈਂਟ ਆਫ ਵਾਟਰ and solutes from the plasma in the glomerular across the semi-permeable membrane। ਹੈ ਨਾ, ਆਪਾਂ ਕਿਡਨੀ ਦੇ ਵਿੱਚ ਮਾਈਕਰੋਸਕੋਪਿਕ ਸਟਰਕਚਰ ਦੇ ਵਿੱਚ ਕੀਤਾ ਸੀ, ਉਹਦੇ ਵਿੱਚ ਬੋਮੈਨ ਕੈਪਸੂਲ ਹੁੰਦਾ। ਸਿੰਪਲ ਫਿਲਟਰੇਸ਼ਨ ਜਿਹੜੀ ਹੁੰਦੀ ਹੈ ਸਿਰਫ ਬੋਮੈਨ ਕੈਪਸੂਲ ਤੱਕ ਹੁੰਦਾ ਗਾ, ਜਿਹੜਾ ਇੱਦਾਂ ਬਣਿਆ ਹੋਇਆ ਸੀਗਾ, ਇੱਦਾਂ ਹੈ ਨਾ, ਜਾਲੀ ਜੀ ਟਾਈਪ, ਅਤੇ ਫਿਰ ਉਸ ਤੋਂ ਇੱਦਾਂ ਨੈਫਰੋਨ ਬਣਿਆ ਹੋਇਆ ਸੀਗਾ ਐਂ ਕਰਕੇ, ਹੈ ਨਾ। ਠੀਕ ਹੈ, ਤਾਂ ਆਹ ਵਾਲਾ ਸੀਗਾ ਸਾਡਾ ਬੋਮੈਨ ਕੈਪਸੂਲ। ਜਿਹੜੀ ਸਿੰਪਲ ਫਿਲਟਰੇਸ਼ਨ ਆ ਬਸ ਸਿਰਫ ਇੱਥੇ ਹੀ ਹੁੰਦੀ ਆ। ਜਿਹੜੇ ਵੀ ਵਾਟਰ ਹੁੰਦੇ ਆ, ਸੋਲਿਊਟ ਹੁੰਦੇ ਆ, ਇੱਥੋਂ ਦੇ ਇੱਥੇ ਸੈਮੀ ਪਰਮੇਏਬਲ ਮੈਂਬਰੇਨ ਹੁੰਦੀ। ਠੀਕ ਹੈ, ਇੱਥੋਂ ਦੀ ਪਾਸ ਕਰਦੇ ਆ, ਤਾਂ ਇਹ ਹੋ ਗਏ ਸਿੰਪਲ ਫਿਲਟਰੇਸ਼ਨ। ਠੀਕ ਹੈ, ਦਿਸ ਮੈਂਬਰੇਨ ਅਲਾਓ ਦਾ ਸਮਾਲ ਪਾਰਟੀਕਲ ਟੂ ਪਾਸ ਥਰੂ ਐਂਡ ਸਮ ਆਰ ਰੀਅਬਜ਼ੌਰਬਡ ਲੇਟਰ। ਜਿਹੜੀ ਇੱਥੇ ਮੈਂਬਰੇਨ ਹੁੰਦੀ ਆ, ਜਿਹੜੇ ਸਮਾਲ ਛੋਟੇ ਪਾਰਟੀਕਲ ਹੁੰਦੇ ਜਿਨ੍ਹਾਂ ਦੀ ਬੋਡੀ ਦੇ ਵਿੱਚ ਨੀਡ ਨਹੀਂ ਹੁੰਦੀ, ਠੀਕ ਹੈ, ਉਹਨਾਂ ਨੂੰ ਇਹ ਪਰਮਿਟ ਦੇ ਦਿੰਦੀ, ਮਤਲਬ ਕਿ ਅਲਾਓ ਕਰ ਦਿੰਦੀ ਆ, ਆਗਿਆ ਦੇ ਦਿੰਦੀ ਆ ਵੀ ਹਾਂਜੀ ਤੁਸੀਂ ਅੱਗੇ ਚੱਲ ਜਾਓ। ਠੀਕ ਹੈ, ਮਤਲਬ ਰੀਨੀਅਲ ਟਿਊਬਿਊਲਸ ਦੇ ਵਿੱਚ ਆ ਜਾਂਦੇ ਹੈਗੇ ਤਾਂ ਫਿਰ ਐਕਸਕ੍ਰੀਟ ਆਊਟ ਹੋ ਜਾਂਦੇ ਆ। ਪਰ ਜਿਨ੍ਹਾਂ ਦੀ ਬੋਡੀ ਦੇ ਵਿੱਚ ਜ਼ਰੂਰਤ ਹੁੰਦੀ ਆ ਜਾਂ ਲਾਰਜ ਪਾਰਟੀਕਲ ਹੁੰਦੇ ਆ, ਠੀਕ ਹੈ, ਉਹ ਰੀਅਬਜ਼ਰਬ ਹੋ ਜਾਂਦੇ ਹੈਗੇ, ਮਤਲਬ ਕਿ ਦੁਬਾਰਾ ਬੋਡੀ ਦੇ ਅੰਦਰ ਚਲੇ ਜਾਂਦੇ ਆ। ਤਾਂ ਇਹਨੂੰ ਮਾਪਣ ਦਾ ਇਹਦਾ ਇੱਕ ਫਾਰਮੂਲਾ ਹੈਗਾ, ਜਿਹਨੂੰ ਆਪਾਂ GBHP ਮਤਲਬ ਕੀ ਹੈ ਜਿਹਨੂੰ ਆਪਾਂ ਕਹਿੰਦੇ ਹੈਗੇ ਆ NEP, ਨੈਟ ਇਫੈਕਟਿਵ ਫਿਲਟਰੇਸ਼ਨ ਪ੍ਰੈਸ਼ਰ। ਜਿਹੜਾ ਹੁੰਦਾ ਹੈਗਾ GBHP ਮਾਈਨਸ CHP ਪਲੱਸ, ਇਹਨਾਂ ਦੋਨਾਂ ਨੂੰ ਪਲੱਸ ਕਰਕੇ ਇਹਦੇ ਵਿੱਚੋਂ ਮਾਈਨਸ ਕਰਨਾ ਹੁੰਦਾ। ਜਿਹੜਾ ਇਹ ਕੀ ਹੁੰਦਾ, ਗਲੋਮੈਰੂਲਰ ਬਲੱਡ ਹਾਈਡਰੋਸਟੈਟਿਕ ਪ੍ਰੈਸ਼ਰ, ਜਿਹੜਾ ਕੈਪਸੂਲ ਉੱਪਰ ਲੱਗਦਾ ਹੈਗਾ। ਨੈਕਸਟ ਹੈਗਾ ਕੈਪਸੂਲਰ ਹਾਈਡਰੋਸਟੈਟਿਕ ਪ੍ਰੈਸ਼ਰ। ਨੈਕਸਟ ਹੈਗਾ ਬਲੱਡ ਕੋਲਾਈਡ ਓਸਮੋਟਿਕ ਪ੍ਰੈਸ਼ਰ। ਠੀਕ ਹੈ, ਇਹ ਤਿੰਨੋਂ ਮੰਨ ਕੇ ਚੱਲੋ ਵੀ ਜਿਹੜਾ ਆਹ ਵਾਲਾ ਸੀਗਾ GBHP, ਇਹ 55 mm of Hg। ਠੀਕ ਹੈ, ਤਾਂ -15 + 30 mm of Hg ਕਿੰਨਾ ਆ ਗਿਆ ਸਾਡਾ ਨੈਟ ਇਫੈਕਟਿਵ ਫਿਲਟਰੇਸ਼ਨ ਪ੍ਰੈਸ਼ਰ 10 mm of Hg। ਠੀਕ ਹੈ, ਨੈਕਸਟ ਆ ਗਿਆ ਸਾਡੇ ਕੋਲੇ ਆਟੋ ਰੈਗੂਲੇਸ਼ਨ ਆਫ ਫਿਲਟਰੇਸ਼ਨ। ਇਹਦੇ ਵਿੱਚ ਹੀ ਹੈ ਸਿੰਪਲ ਫਿਲਟਰੇਸ਼ਨ ਦੇ ਵਿੱਚ, the auto regulation is not depend upon the nerve supply from the brain, it works even in the absence of nerve supply। ਮਤਲਬ ਜਿਹੜੀ
ਫਿਲਟਰੇਸ਼ਨ ਹੈਗੀ ਆ ਇਹ ਆਪਣੇ ਬ੍ਰੇਨ ਦੇ ਉੱਪਰ ਡਿਪੈਂਡ ਨਹੀਂ ਕਰਦੀ ਵੀ ਜੇ ਬ੍ਰੇਨ ਨੇ ਸਪਲਾਈ ਭੇਜੀ ਹੈ ਤਾਂ ਇਹਨੇ ਫਿਲਟਰੇਸ਼ਨ ਕਰਨਾ। ਕਿਡਨੀ ਨੇ ਫਿਲਟਰੇਟ ਕਰਦੇ ਰਹਿਣਾ ਹੈਗਾ, ਆਪਣਾ ਕੰਮ ਕਰਦੇ ਰਹਿਣਾ ਹੈਗਾ। ਭਲਾ ਜ਼ਿਆਦਾ ਵਾਟਰ ਫਿਲਟਰੇਟ ਕਰ ਰਹੀ ਆ ਉਹ ਜਾਂ ਘੱਟ ਬਲੱਡ ਫਿਲਟਰੇਟ ਕਰ ਰਹੀ ਆ, ਕੁਛ ਵੀ ਇਹਦੇ ਵਿੱਚ ਕੋਈ ਵੀ ਨਰਵ ਸਪਲਾਈ ਦੀ ਨਹੀਂ ਲੋੜ ਹੈਗੀ। ਜੇ ਆਪਣੀ ਨਰਵ ਸਪਲਾਈ ਐਬਸੈਂਸ ਹੈਗੀ ਤਾਂ ਇਹਨੇ ਤਾਂ ਵੀ ਕੰਮ ਕਰੇ ਜਾਣਾ ਹੈਗਾ, ਠੀਕ ਹੈ। ਨੈਕਸਟ ਆ ਗਿਆ ਸਾਡੇ ਕੋਲੇ ਸਿਲੈਕਟਿਵ ਰੀਅਬਜ਼ੋਰਪਸ਼ਨ। ਰੀਅਬਜ਼ੋਰਪਸ਼ਨ ਟੇਕਸ ਪਲੇਸ ਬਾय द एक्टिव एंड पासिव ट्रांसपोर्ट, ठीक है। इट अकर्स इन द ऑल पार्ट्स ऑफ द रीनल ट्यूब्यूल। रीनल ट्यूब्यूल ऑल पार्ट्स ਦੇ ਵਿੱਚ ਹੀ ਅਕਰ ਹੁੰਦੀ ਹੈਗੀ ਹੈ। ਐਕਟਿਵ ਐਂਡ ਪੈਸਿਵ ਟਰਾਂਸਪੋਰਟ ਮਤਲਬ ਕਿ ਸੋਡੀਅਮ ਤੇ ਪੋਟਾਸ਼ੀਅਮ ਦੀ ਟਰਾਂਸਪੋਰਟ। ਜੇਕਰ ਬੋਡੀ ਵਿੱਚ ਸੋਡੀਅਮ ਜ਼ਿਆਦਾ ਹੈਗਾ ਤਾਂ ਕਿਡਨੀ ਕੀ ਕਰੂਗੀ, ਪੋਟਾਸ਼ੀਅਮ ਨੂੰ ਐਕਸਕ੍ਰੀਟ ਆਊਟ ਨਹੀਂ ਕਰੂਗੀ ਤਾਂ ਉਹ ਸੋਡੀਅਮ ਨੂੰ ਐਕਸਕ੍ਰੀਟ ਆਊਟ ਕਰੀ ਜਾਊਗੀ, ਠੀਕ ਹੈ। ਜਿੰਨੀ ਲੋੜ ਹੋਊਗੀ ਉਨੀ ਰੱਖੂਗੀ। ਜੇਕਰ ਇਨਸਾਈਡ ਸੋਡੀਅਮ ਹੈਗਾ ਤਾਂ ਉਹ ਪੋਟਾਸ਼ੀਅਮ ਨੂੰ ਐਕਸਕ੍ਰੀਟ ਆਊਟ ਕਰੀ ਜਾਊਗੀ, ਜੇ ਪੋਟਾਸ਼ੀਅਮ ਹੈਗਾ ਤਾਂ ਉਹ ਸੋਡੀਅਮ ਨੂੰ ਐਕਸਕ੍ਰੀਟ ਆਊਟ ਕਰ ਦੂਗੀ, ਠੀਕ ਹੈ। ਦੋਨੇ ਜਿਹੜੇ ਸੋਡੀਅਮ ਤੇ ਪੋਟਾਸ਼ੀਅਮ ਹੈਗੇ ਇੱਕ ਟਾਈਮ ਤੇ ਬੋਡੀ ਦੇ ਵਿੱਚ ਨਹੀਂ ਰਹਿ ਸਕਦੇ, ਠੀਕ ਹੈ। ਨਾਓ ਐਜ਼ ਦਾ ਫਿਲਟਰੇਟ ਪਾਸ ਥਰੂ ਦਾ ਰੀਨਲ ਟਿਊਬਿਊਲ ਐਂਡ ਕਲੈਕਟਿੰਗ ਡਕਟ, ਜਦੋਂ ਇਹ ਪਾਸ ਹੁੰਦਾ ਹੈਗਾ ਕਲੈਕਟਿੰਗ ਡਕਟ ਦੇ ਤੱਕ, ਅਬਾਊਟ 99% ਆਫ ਇਟ ਇਜ਼ ਰੀਅਬਜ਼ੋਰਬਡ ਐਂਡ ਓਨਲੀ ਲੀਵ ਦਾ ਬੋਡੀ ਐਜ਼ ਯੂਰਿਨ। ਇਹਦੇ ਵਿੱਚੋਂ 99% ਜਿਹੜਾ ਹੈਗਾ ਰੀਅਬਜ਼ੋਰਬ ਹੋ ਜਾਂਦਾ ਹੈਗਾ, ਦੁਬਾਰਾ ਸੋਖ ਲਿਆ ਜਾਂਦਾ ਹੈਗਾ। ਜਿਹੜਾ 1% ਹੈਗਾ ਉਹ ਯੂਰਿਨ ਦੇ ਲਈ ਹੈ ਨਾ ਐਜ਼ ਆ ਯੂਰਿਨ ਰੀਨਲ ਟਿਊਬਿਊਲ ਦੇ ਵਿੱਚ ਰਹਿ ਜਾਂਦਾ ਹੈਗਾ। ਨੈਕਸਟ ਹੈਗਾ ਰੀਅਬਜ਼ੋਰਪਸ਼ਨ ਆਫ ਸੋਡੀਅਮ ਅਕਰਸ ਇਨ ਪ੍ਰੋਕਸੀਮਲ ਕਨਵੋਲਿਊਟਡ ਟਿਊਬ। ਅਸੀਂ ਪੜ੍ਹਿਆ ਸੀ ਪ੍ਰੋਕਸੀਮਲ ਕਨਵੋਲਿਊਟਡ ਟਿਊਬ ਕਿਹੜੀ ਸੀਗੀ, ਜਿਹੜੀ ਬੋਮੈਨ ਕੈਪਸੂਲ ਤੋਂ ਬਾਅਦ ਆਉਂਦੀ ਸੀ, ਠੀਕ ਹੈ। ਪਿਛਲੀ ਵੀਡੀਓ ਜ਼ਰੂਰ ਧਿਆਨ ਨਾਲ ਦੇਖਿਓ ਸਟਰਕਚਰ ਵਾਲੀ। ਜੇਕਰ ਸਾਨੂੰ ਕਿਡਨੀ ਦਾ ਸਟਰਕਚਰ ਚੰਗੀ ਤਰ੍ਹਾਂ ਆਉਂਦਾ ਹੈਗਾ ਤਾਂ ਅਸੀਂ ਉਹਦੇ ਫੰਕਸ਼ਨ ਵੀ ਚੰਗੀ ਤਰ੍ਹਾਂ ਕਰ ਸਕਦੇ ਹਾਂ, ਠੀਕ ਹੈ। ਦ permeability of the distal convoluted tubule and collecting tubule increased by the antidiuretic hormone released by the posterior lobe of the pituitary gland increases the permeability of the distal convoluted tubule। ਤਾਂ ਮੇਨ ਮੁੱਦਾ ਕੀ ਹੈਗਾ, ਜਿਹੜਾ ADH ਹਾਰਮੋਨ ਹੈਗਾ ਉਹ ਸੋਡੀਅਮ ਦੀ ਰੀਅਬਜ਼ੋਰਪਸ਼ਨ ਕਰਵਾਉਂਦਾ ਹੈਗਾ ਪ੍ਰੋਕਸੀਮਲ ਕਨਵੋਲਿਊਟਡ ਟਿਊਬਿਊਲ ਦੇ ਵਿੱਚ, ਠੀਕ ਹੈ। ਨੈਕਸਟ ਇਜ਼ ਆ ਪੈਰਾਥਾਇਰੋਇਡ ਹਾਰਮੋਨਸ ਫਰੋਮ ਦਾ ਪੈਰਾਥਾਇਰੋਇਡ ਗਲੈਂਡ। ਫਰੈਂਡਸ ਇਹਦੇ ਵਿੱਚ ਜਿਹੜੀਆਂ ਹਾਰਮੋਨਸ ਹੈਗੇ, ਜੇਕਰ ਸਾਨੂੰ ਹਾਰਮੋਨ ਵਾਲਾ ਚੈਪਟਰ ਚੰਗੀ ਤਰ੍ਹਾਂ ਆਉਂਦਾ ਹੈਗਾ ਤਾਂ ਹੀ ਸਮਝ ਆਉਣਗੇ, ਠੀਕ ਹੈ। ਇਸ ਦੇ ਲਈ ਮੈਂ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਪ੍ਰੋਵਾਈਡ ਕਰੂੰਗੀ, ਤੁਸੀਂ ਜ਼ਰੂਰ ਦੇਖਿਓ ਚੰਗੀ ਤਰ੍ਹਾਂ। ਬਹੁਤ ਸਿੰਪਲੀ ਈਜ਼ੀ ਵੇ ਨਾਲ ਨੋਟਸ ਦਿੱਤੇ ਹੋਏ ਹੈਗੇ ਆ, ਠੀਕ ਹੈ। ਟੌਪਿਕ ਦੀ ਗੱਲ ਕਰਦੇ ਹਾਂ, ਪੈਰਾਥਾਇਰੋਇਡ ਹਾਰਮੋਨ ਫਰੋਮ ਦਾ ਪੈਰਾਥਾਇਰੋਇਡ ਗਲੈਂਡ। ਜਿਹੜੇ ਪੈਰਾਥਾਇਰੋਇਡ ਹਾਰਮੋਨ ਹੁੰਦੇ ਆ, ਠੀਕ ਹੈ, ਪੈਰਾਥਾਇਰੋਇਡ ਗਲੈਂਡ ਸਕਰੀਟ ਕਰਦੀ ਆ ਉਹਨਾਂ ਨੂੰ। ਐਂਡ ਕੈਲਸੀਟੋਨਿਨ ਫਰੋਮ ਦਾ ਥਾਇਰੋਇਡ ਗਲੈਂਡ। ਜਿਹੜਾ ਕੈਲਸੀਟੋਨਿਨ ਹਾਰਮੋਨ ਹੈਗਾ ਇਹਨੂੰ ਥਾਇਰੋਇਡ ਗਲੈਂਡ ਸਕਰੀਟ ਕਰਦੀ ਹੈ, ਠੀਕ ਹੈ। ਕਲੈਕਟਿਵਲੀ ਰੈਗੂਲੇਟ ਦਾ ਰੀਅਬਜ਼ੋਰਪਸ਼ਨ ਆਫ ਕੈਲਸ਼ੀਅਮ ਐਂਡ ਫਾਸਫੇਟ। ਜਿਹੜੀ ਇਹ ਹਾਰਮੋਨ ਹੈਗੇ ਆ ਕੈਲਸੀਟੋਨਿਨ, ਠੀਕ ਹੈ, ਇਹ ਕਾਹਦੀ ਰੀਅਬਜ਼ੋਰਪਸ਼ਨ ਕਰਾਉਣ ਵਿੱਚ ਹੈਲਪ ਕਰਦੀ ਹੈ, ਕੈਲਸ਼ੀਅਮ ਤੇ ਫਾਸਫੋਰਸ ਦੀ, ਠੀਕ ਹੈ। ਨੈਕਸਟ ਹੈਗਾ ਐਲਡੋਸਟੀਰੋਨ ਸਕਰੀਟਡ ਬਾਏ ਦਾ ਅਡਰਨਲ ਕਾਰਟੈਕਸ। ਜਿਹੜਾ ਕਿਡਨੀ ਦੇ ਉੱਪਰ ਹੈ ਨਾ ਆਪਣੇ ਅਡਰਨਲ ਗਲੈਂਡ ਹੁੰਦੇ ਆ ਉਹਨਾਂ ਦੁਆਰਾ ਇਹ ਕੀਤੇ ਜਾਂਦੇ, ਉਹਨਾਂ ਦੇ ਦੋ ਪਾਰਟ ਹੁੰਦੇ ਹੈਗੇ ਆ, ਠੀਕ ਹੈ। ਤਾਂ ਜਿਹੜਾ ਐਲਡੋਸਟੀਰੋਨ ਹਾਰਮੋਨ ਉਹਨਾਂ ਦੁਆਰਾ ਸਕਰੀਟ ਕੀਤਾ ਜਾਂਦਾ ਅਡਰਨਲ ਕਾਰਟੈਕਸ ਦੁਆਰਾ। ਤਾਂ ਇਹ ਕਾਹਦੀ ਰੀਅਬਜ਼ੋਰਪਸ਼ਨ ਕਰਵਾਉਂਦਾ ਹੈਗਾ, ਸੋਡੀਅਮ ਦੀ, ਤੇ ਐਕਸਕ੍ਰੀਸ਼ਨ ਕਾਹਦੀ ਕਰਵਾਉਂਦਾ, ਪੋਟਾਸ਼ੀਅਮ ਦੀ। ਜੇਕਰ ਪੋਟਾਸ਼ੀਅਮ ਚਾਹੀਦਾ ਤੇ ਰੀਅਬਜ਼ੋਰਪਸ਼ਨ ਪੋਟਾਸ਼ੀਅਮ ਦੇ ਕਰਵਾ ਲੈਂਦਾ ਤੇ ਸੋਡੀਅਮ ਐਕਸਕ੍ਰੀਟ ਆਊਟ ਕਰ ਦਿੰਦਾ। ਜੇਕਰ ਸੋਡੀਅਮ ਚਾਹੀਦਾ ਤਾਂ ਇਹ ਸੋਡੀਅਮ ਦੀ ਰੀਅਬਜ਼ੋਰਪਸ਼ਨ ਕਰਵਾ ਦਿੰਦਾ ਤੇ ਪੋਟਾਸ਼ੀਅਮ ਐਕਸਕ੍ਰੀਟ ਆਊਟ ਕਰ ਦਿੰਦਾ, ਠੀਕ ਹੈ। ਨੈਕਸਟ ਫੰਕਸ਼ਨ ਹੈਗਾ ਕਿਡਨੀ ਦਾ ਸਕ੍ਰੀਸ਼ਨ। ਦ ਥਰਡ ਫੰਕਸ਼ਨ ਆਫ ਦ ਨੈਫਰਨ ਇਜ਼ ਟਿਊਬੂਲਰ ਸਕ੍ਰੀਸ਼ਨ। ਟਿਊਬੂਲ ਸਕ੍ਰੀਸ਼ਨ ਰਿਮੂਵ ਮਟੀਰੀਅਲ ਫਰੋਮ ਦਾ ਬਲੱਡ। ਮਤਲਬ ਜਿਹੜੇ ਟਿਊਬਿਊਲ ਹੈਗੇ ਆ ਰਿਮੂਵ ਕਰ ਦਿੰਦੇ, ਜਿਹੜਾ ਵੀ ਮਟੀਰੀਅਲ ਹੁੰਦਾ ਜ਼ਿਆਦਾ ਹੁੰਦਾ ਹੈ ਨਾ ਬੋਡੀ ਵਿੱਚ ਦੇ ਯੋਗ ਲਈ ਨਹੀਂ ਹੁੰਦਾ ਹੈਗਾ, ਵਰਤੋਯੋਗ ਨਹੀਂ ਹੁੰਦਾ, ਤਾਂ ਉਹਨੂੰ ਇਹ ਸਕਰੀਟ ਆਊਟ ਕਰਾ ਦਿੰਦੇ ਆ। ਸਬਸਟੈਂਸਸ ਆਰ ਦਾ ਸਕਰੀਟਡ ਇਨਟੂ ਡਿਸਟਲ ਕਨਵੋਲਿਊਟਡ ਟਿਊਬਿਊਲ। ਡਿਸਟਲ ਕਨਵੋਲਿਊਟਡ ਟਿਊਬ ਦੇ ਵਿੱਚ ਅੱਗੇ ਜਿਹੜੇ ਨੈਫਰੋਨ ਦਾ ਪਾਰਟ ਸੀਗਾ ਹੈ ਨਾ ਉਹਦੇ ਵਿੱਚ ਸਕਰੀਟ ਆਊਟ ਕਰ ਦਿੱਤੇ ਜਾਂਦੇ। ਦੀਜ਼ ਆਰ ਐਕਸਕ੍ਰੀਟਡ ਫਰੋਮ ਦਾ ਬੋਡੀ ਇਨ ਦਾ ਯੂਰਿਨ। ਯੂਰਿਨ ਦੀ ਫਾਰਮ ਵਿੱਚ ਐਕਸਕ੍ਰੀਟ ਆਊਟ ਕਰ ਦਿੱਤੇ ਜਾਂਦੇ ਹੈਗੇ। ਯੂਰਿਨ ਦੇ ਵਿੱਚ ਕੀ ਕੀ ਹੁੰਦਾ, ਕੰਪੋਜੀਸ਼ਨ ਆਫ ਯੂਰਿਨ, ਵਾਟਰ 96%, यूरिया 2% एंड यूरिक एसिड, क्रिएटिनिन, अमोनीया, सोडियम, पोटाशियम, क्लोराइड, फॉस्फेट, सल्फेट, ऑक्सीडेंट, ठीक है, ये 2% होंगे है, ठीक है। नैक्सट फंक्शन है किडनी का वाटर बैलेंस एंड यूरिन आउटपुट।
ਕਿਡਨੀ ਵਾਟਰ ਬੈਲੈਂਸ ਯੂਨਿਟ ਆਊਟਪੁੱਟ ਕਿੱਦਾਂ ਕਰਦੀ ਹੈ। ਵੈਨ ਵੀ ਟੇਕ ਦਾ ਵਾਟਰ, ਜਦੋਂ ਅਸੀਂ ਵਾਟਰ ਟੇਕ ਦੇ ਕਰਦੇ ਹਾਂ ਹੈ ਨਾ, ਜਦੋਂ ਅਸੀਂ ਵਾਟਰ ਪੀਂਦੇ ਹਾਂ, ਇਟ ਐਂਟਰਸ ਇਨ ਦਾ ਐਲੀਮੈਂਟਰੀ ਟਰੈਕ, ਠੀਕ ਹੈ। ਸਮ ਆਫ ਦਾ ਵਾਟਰ ਇਜ਼ ਫੋਰਮਡ ਬਾਏ ਦਾ ਮੈਟਾਬੋਲਿਕ ਪ੍ਰੋਸੈਸ, ਜਦੋਂ ਤਾਂ ਕੁਛ ਵਾਟਰ ਤਾਂ ਅਸੀਂ ਪੀਤਾ ਹੈ ਨਾ, ਤਾਂ ਕੁਛ ਜਿਹੜਾ ਆਪਣੇ ਮੈਟਾਬੋਲਿਕ ਪ੍ਰੋਸੈਸ ਸੀਗਾ, ਜਿਵੇਂ ਸਟਮਕ ਹੈ ਨਾ, ਗੈਸਟ੍ਰਿਕ ਜੂਸ ਬਣਾਏ ਗਏ ਉਹਦੇ ਦੁਆਰਾ, ਠੀਕ ਹੈ। ਇਨ ਮੈਨੀ ਵੇਜ਼ ਵਾਟਰ ਇਜ਼ ਐਕਸਕ੍ਰੀਟਡ ਫਰੋਮ ਦਾ ਬੋਡੀ, ਮਤਲਬ ਮੈਨੀ ਵੇ ਉਹਦੇ, ਇੱਕ ਤਾਂ ਆਪਾਂ ਵਾਟਰ ਮਾਊਸ ਰਾਹੀਂ ਲਿੱਤਾ, ਠੀਕ ਹੈ, ਇੱਕ ਆਪਣੀ ਬੋਡੀ ਦੇ ਅੰਦਰੋਂ ਗੈਸਟ੍ਰਿਕ ਜੂਸ ਬਣਾਏ ਗਏ, ਠੀਕ ਹੈ, ਐਲੀਮੈਂਟਰੀ ਟਰੈਕ ਦੇ ਦੁਆਰਾ ਮੈਟਾਬੋਲਿਕ ਪ੍ਰੋਸੈਸ ਹੋਇਆ ਜਦੋਂ, ਠੀਕ ਹੈ। ਤਾਂ ਇਹਦੇ ਮੈਨੀ ਵੇਜ਼ ਹੈਗੇ ਆ ਅੰਦਰ ਲੈ ਕੇ ਜਾਣ ਦੇ, ਅਤੇ ਮੈਨੀ ਵੇਜ਼ ਹੈਗੇ ਆ ਐਕਸਕ੍ਰੀਟ ਆਊਟ ਕਰਨ ਦੇ। ਐਗਜ਼ਾਮਪਲ ਜਿਵੇਂ ਫੇਸਿਸ, ਸਟੂਲ ਪਾਸ ਕਰਨਾ, ਠੀਕ ਹੈ, ਯੂਰਿਨ ਥਰੋ ਸਵੈਟਿੰਗ, ਪਸੀਨਾ ਆਉਣਾ, ਯੂਰਿਨ ਹੈ ਨਾ, ਐਂਡ ਐਕਸਪਾਇਰਡ ਏਅਰ, ਠੀਕ ਹੈ। ਨੈਕਸਟ ਹੈ the amount of water excreted through sweating is released to the maintainer normal body temperature, ਜਦੋਂ ਵਾਟਰ ਹੈਗਾ ਐਕਸਕ੍ਰੀਟ ਆਊਟ ਕੀਤਾ ਜਾਂਦਾ ਸਵੈਟ ਦੇ ਥਰੂ, ਤਾਂ ਉਹ ਰਿਲੀਜ਼ ਕੀਤਾ ਜਾਂਦਾ ਬੋਡੀ ਦੁਆਰਾ, ਕਾਹਦੇ ਲਈ, ਤਾਂ ਕਿ ਆਪਣਾ ਜਿਹੜਾ ਬੋਡੀ ਟੈਂਪਰੇਚਰ ਹੈਗਾ ਮੇਨਟੇਨ ਹੋ ਜੇ। ਦ ਕਿਡਨੀ ਮੇਨਟੇਨ ਦਾ ਬੈਲੈਂਸ ਬਿਟਵੀਨ ਵਾਟਰ ਇਨਪੁਟ ਐਂਡ ਆਊਟਪੁੱਟ, ਠੀਕ ਹੈ। ਤਾਂ ਨੈਕਸਟ ਫੰਕਸ਼ਨ ਹੈਗਾ ਇਲੈਕਟ੍ਰੋਲਾਈਟ ਬੈਲੈਂਸ, ਕਿਡਨੀ ਕਿੱਦਾਂ ਇਲੈਕਟ੍ਰੋਲਾਈਟਸ ਬੈਲੈਂਸ ਬਣਾਉਂਦੀ ਹੈ। ਇਹਦੇ ਵਿੱਚ ਵਾਟਰ ਆ ਜਾਂਦਾ ਅਤੇ ਇਲੈਕਟ੍ਰੋਲਾਈਟ ਆ ਜਾਂਦਾ। ਵੈਨ ਵਾਟਰ ਬੈਲੈਂਸ ਡਿਕਰੀਜ਼ਡ ਇਨ ਦਾ ਬੋਡੀ ਦ ਕਿਡਨੀ ਹੈਲਪਸ ਟੂ ਰੀਮੂਵ ਆਫ ਦਾ ਵਾਟਰ ਫਰੋਮ ਦਾ ਯੂਰਿਨ, ਜਦੋਂ ਵਾਟਰ ਦੀ ਬੋਡੀ ਦੇ ਵਿੱਚ ਕਮੀ ਹੋ ਜਾਂਦੀ ਆ, ਵਾਟਰ ਬੈਲੈਂਸ ਡਿਕਰੀਜ਼ ਹੋ ਜਾਂਦਾ, ਤਾਂ ਕਿਡਨੀ ਕੀ ਕਰਦੀ ਹੈ, ਵਾਟਰ ਨੂੰ ਸੋਖ ਲੈਂਦੀ ਹੈ, ਵੱਧ ਤੋਂ ਵੱਧ ਸੋਖਦੀ ਹੈ, ਠੀਕ ਹੈ। ਇਲੈਕਟ੍ਰੋਲਾਈਟ ਮਤਲਬ ਕਿ ਵਾਟਰ ਨੂੰ ਛੱਡ ਕੇ ਅਦਰ ਚੀਜ਼ਾਂ, ਠੀਕ ਹੈ। ਵੈਨ ਇਲੈਕਟ੍ਰੋਲਾਈਟ ਲੈਵਲ ਇਨਕਰੀਜ਼ ਇਨ ਦਾ ਬੋਡੀ, ਜਦੋਂ ਇਲੈਕਟ੍ਰੋਲਾਈਟ ਇਨਕਰੀਜ਼ ਹੋ ਜਾਂਦਾ, ਤਾਂ ਕਿਡਨੀ ਹੈਲਪ ਟੂ ਰਿਮੂਵ ਦਾ ਵਾਟਰ ਫਰੋਮ ਦਾ ਬੋਡੀ, ਤਾਂ ਕਿਡਨੀ ਕੀ ਕਰਦੀ ਹੈ, ਅਤੇ ਇਹਨੂੰ ਰਿਮੂਵ ਕਰ ਦਿੰਦੀ ਹੈ, ਠੀਕ ਹੈ। ਫਰੈਂਡਸ, ਇਹ ਸੀਗਾ ਇਹਦਾ ਟੋਪਿਕ। ਪਲੀਜ਼ ਲਾਈਕ, ਕਮੈਂਟ, ਸ਼ੇਅਰ ਮਾਈ ਵੀਡੀਓ ਐਂਡ ਆਲਸੋ ਸਬਸਕ੍ਰਾਈਬ ਮਾਈ ਚੈਨਲ। ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੇਂ ਟੋਪਿਕ ਦੇ ਨਾਲ। ਥੈਂਕ ਯੂ।